ਹਰਜਸ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਨਾਨਕ ਸਿੰਘ ਦੀ ਕਹਾਣੀ ਕੱਲੋ ਸਾਂਝੀ ਕਰਨ ਜਾ ਰਹੇ ਹਾਂ। ਕੱਲੋ ਨਾਨਕ ਸਿੰਘ ਦੁਆਰਾ ਲਿਖੀ ਕਹਾਣੀ। ਮੇਰਾ ਛੋਹਿਆ ਨਾਵਲ ਬਹੁਤ ਚਿਰ ਤੋਂ ਅਧੂਰਾ ਸੀ। ਕਈ ਵਾਰੀ ਇਸ ਨੂੰ ਆਰੰਭਿਆ ਤੇ ਕਈ ਵਾਰੀ ਮੁਕਾਇਆ, ਪਰ ਇਹ ਮੇਰੀ ਮਨਮਰਜ਼ੀ ਦਾ ਨਾ ਬਣ ਸਕਿਆ। ਇੱਕ ਹੋਰ ਭੁੱਲ ਮੈਥੋਂ ਇਹ ਹੋਈ ਕਿ ਲਿਖਣ ਤੋਂ ਬਹੁਤ ਚਿਰ ਪਹਿਲਾਂ ਮੈਂ ਇਸ ਦਾ ਇਸ਼ਤਿਹਾਰ ਦੇ ਚੁੱਕਾ ਸਾਂ। ਕਾਲੇ ਪਾਠਕਾਂ ਨੇ ਮੈਨੂੰ ਤੰਗ ਕਰ ਰੱਖਿਆ। ਮੈਂ ਇਸ ਨੂੰ ਛੇਤੀ ਤੋਂ ਛੇਤੀ ਮੁਕਾਉਣਾ ਚਾਹੁੰਦਾ ਸਾਂ, ਪਰ ਇਹ ਹਨੂਮਾਨ ਪੂੰਛ ਵਾਂਗ ਵੱਧਦਾ ਹੀ ਜਾਂਦਾ ਸੀ, ਮੁੱਕਣ ਦਾ ਨਾਂ ਹੀ ਨਹੀਂ ਸੀ ਲੈਂਦਾ। ਇਸ ਦੇ ਨਾ ਮੁੱਕਣ ਦਾ ਸਭ ਤੋਂ ਵੱਡਾ ਕਾਰਨ ਇੱਕ ਹੀ ਸੀ, ਤੇ ਇਸ ਨੂੰ ਉਹੀ ਸਮਝ ਸਕਦੇ ਨੇ ਜਿਹੜੇ ਗ੍ਰਹਿਸਥ ਦੀ ਗਹਿਰੇ ਦਲਦਲ ਵਿੱਚ ਗਲ-ਗਲ ਫਾਥੇ ਹੋਣ। ਐਤਕੀ ਮੈਂ ਕਚੀਚੀ ਖਾ ਕੇ ਇਸ ਕੰਮ ਨੂੰ ਲੱਗਣਾ ਚਾਹੁੰਦਾ ਸਾਂ, ਪਰ ਘਰ ਦੇ ਚਿੜੀਆ ਘਰ ਵਿੱਚ ਇਹ ਕੰਮ ਹੋਣਾ ਅਸੰਭਵ ਸੀ। ਮੈਂ ਇਸ ਸਾਰੇ ਖਲਜਗਣ ਵਿੱਚੋਂ ਦਰਜਨ ਕੁ ਦਿਨ ਤੇ 2 ਕੁ ਦਰਜਨ ਰੁਪਏ ਬਚਾ ਕੇ ਕਿਸੇ ਸਸਤੇ ਜਿਹੇ ਪਹਾੜ ਤੇ ਜਾਣ ਦੀ ਸਲਾਹ ਕੀਤੀ। ਅਖੀਰ 8 ਜੁਲਾਈ 1936 ਨੂੰ ਮੈਂ ਧਰਮਸ਼ਾਲਾ ਜਾਣ ਲਈ ਪਠਾਨਕੋਟ ਦੀ ਗੱਡੀ ਸਵਾਰ ਹੋ ਹੀ ਗਿਆ। ਉੱਥੇ ਪਹੁੰਚ ਕੇ ਮੈਂ ਆਪਣੇ ਇੱਕ ਰਾਮਗੜੀਆ ਮਿੱਤਰ ਕੋਲ ਉਤਾਰਾ ਕੀਤਾ ਤੇ ਝਟਪਟ ਲਿਖਾਈ ਦਾ ਕੰਮ ਆਰੰਭ ਦਿੱਤਾ। ਘਰ ਇੱਕ ਮਹੱਲੇ ਵਿੱਚ ਸੀ ਤੇ ਮੇਰਾ ਮਿੱਤਰ ਘਰ ਵਿੱਚ 1.25 ਲੱਖ ਹੀ ਸੀ। ਆਂਢ ਗੁਆਂਢ ਬਹੁਤ ਸਾਰੇ ਟੱਬਰਦਾਰਾਂ ਦੇ ਘਰ ਸਨ। ਕਾਂਵਾਂ ਰੌਲੀ ਇੱਥੇ ਵੀ ਘੱਟ ਨਹੀਂ ਸੀ, ਪਰ ਮੇਰਾ ਦਿਲ ਨਹੀਂ ਸੀ ਉਕਤਾਂਦਾ। ਇੱਕ ਤਾਂ ਮੌਸਮ ਬੜਾ ਸੁਹਾਣਾ ਸੀ ਤੇ ਦੂਜੇ ਮੇਰੀ ਸਿਹਤ ਚੰਗੀ ਸੀ। ਬੱਚੇ ਚੀਕ ਚਿਹਾੜਾ ਪਾਉਂਦੇ ਸਨ ਤਾਂ ਮੈਨੂੰ ਕੀ, ਮੈਥੋਂ ਤਾਂ ਕੁਝ ਨਹੀਂ ਸੀ ਮੰਗਦੇ। ਨਾ ਹੀ ਮੈਨੂੰ ਇਸ ਗੱਲ ਦਾ ਫਿਕਰ ਸੀ ਕਿ ਫਲਾਣੀ ਨੂੰ ਸਕੂਲ ਜਾਣ ਵਿੱਚ ਦੇਰ ਹੋ ਰਹੀ ਹੈ ਤੇ ਢਿਮਕੇ ਦੇ ਕੱਪੜੇ ਧੋਣ ਵਾਲੇ ਨੇ, ਉਹ ਜਾਣਨ ਤੇ ਉਹਨਾਂ ਦੇ ਮਾਪੇ। ਪਰ ਇੱਕ ਦਿੱਕਤ ਜ਼ਰੂਰ ਸੀ, ਬੜੀ ਭਾਰੀ ਦਿੱਕਤ। ਇੱਕ ਪੂਰਬਣ ਜਿਹੀ ਮੁਟਿਆਰ ਚੂੜੀ, ਜਿਹੜੀ 2 ਦੀਥਾਂ 2:30 ਵੇਲੇ ਹੀ ਆਉਂਦੀ ਸੀ ਤੇ ਕਿਸੇ ਨਾ ਕਿਸੇ ਨਾਲ ਉਸ ਦਾ ਆਡਾ ਲੱਗਾ ਹੀ ਰਹਿੰਦਾ ਸੀ। ਉਸ ਦਾ ਮਹਾਭਾਰਤ ਤਾਂ ਮੇਰੇ ਨਾਵਲ ਨਾਲੋਂ ਵੀ ਅਮੁੱਕ ਸੀ, ਜਿਸ ਦਾ ਕੋਈ ਨਾ ਕੋਈ ਕਾਂਡ ਸ਼ੁਰੂ ਹੀ ਰਹਿੰਦਾ ਸੀ। ਉਹ ਤੀਵੀਆਂ ਨਾਲ ਲੜਦੀ ਰਹਿੰਦੀ ਸੀ। ਤੂੰ ਇੱਥੇ ਬਾਲਾਂ ਨੂੰ ਟੱਟੀ ਕਿਉਂ ਫਿਰਾਇਆ ਏ? ਤੂੰ ਗੰਦ ਖਿਲਾਰ ਛੱਡਣੀ ਏ। ਮੈਂ ਅਜੇ ਹੁਣ ਸੰਭਰ ਕੇ ਗਈ ਸਾਂ ਤੇ ਤੇਰੇ ਕੋਕੜਾਂ ਨੇ ਫਲਾਣੀਏ ਵੇਖ ਕੀ ਹਾਲ ਕਰ ਛੱਡਿਆ ਏ ਆਦਿ। ਉਹ ਵੀ ਅੱਗੋਂ ਲੋਹਾ ਲਾਖੀਆਂ ਹੁੰਦੀਆਂ ਰਹਿੰਦੀਆਂ। ਤੇਰੇ ਵਰਗੀ ਚੰਦਰੀ ਚੂੜੀ ਅਸਾਂ ਵੇਖੀ ਕੋਈ ਨਹੀਂ। ਇੱਕ ਦੇ ਬੂਹੇ ਅੱਗੋਂ ਕੂੜਾ ਚੁੱਕ ਕੇ ਦੂਜੇ ਦੇ ਬੂਹੇ ਅੱਗੇ ਢੇਰ ਲਾ ਜਾਣੀਏ। ਵਿਹੜਾ ਉਸੇ ਤਰ੍ਹਾਂ ਗੰਦਾ ਰਹਿੰਦਾ ਏ, ਬਦਬੂ ਨਾਲ ਨੱਕ ਸੜ ਜਾਂਦਾ ਏ। ਮੈਂ ਰਿਪੋਰਟ ਕਰਾਂਗੀ, ਮੈਂ ਤੇਰਾ ਚੁੰਡਾ ਖੋਹਾਂਗੀ, ਮੈਂ ਇਉਂ ਕਰਾਂਗੀ, ਮੈਂ ਅੰਜ ਕਰਾਂਗੀ ਆਦਿ। ਮੁੱਕਦੀ ਗੱਲ, ਜਿੰਨਾ ਚਿਰ ਉਹ ਮਹੱਲੇ ਵਿੱਚੋਂ ਨਿਕਲ ਨਹੀਂ ਸੀ ਜਾਂਦੀ, ਉਨਾ ਚਿਰ ਨਾ ਉਹਦੀ ਜ਼ੁਬਾਨ ਮੂੰਹ ਪੈਂਦੀ ਸੀ ਤੇ ਨਾ ਮਹੱਲੇ ਵਾਲਿਆਂ ਤੇ ਵਾਲੀਆਂ ਨੂੰ ਹੋਰ ਕੋਈ ਕੰਮ ਮਿਲਦਾ ਸੀ। ਜਿੰਨਾ ਚਿਰ ਉਹ ਗਲੀ ਵਿੱਚ ਨਹੀਂ ਸੀ ਹੁੰਦੀ, ਮੇਰੇ ਲਈ ਉਹਨਾਂ ਸਮਾਂ ਬੜਾ ਸੁੱਖ ਵਾਲਾ ਹੁੰਦਾ ਸੀ। ਪਰ ਕਹਿੰਦੇ ਨੇ ਸੁੱਖ ਦਾ ਸਮਾਂ ਝੱਟ ਬੀਤ ਜਾਂਦਾ ਏ। ਮੈਂ 2-4 ਸਫ਼ੇ ਹੀ ਲਿਖਦਾ ਕਿ ਫੇਰ ਕਾਂ ਛਿੱਥਾ ਹੋ ਕੇ ਮੈਂ ਕਹਿੰਦਾ, ਮੇਰਿਆ ਰੱਬਾ ਕਿੱਧਰ ਜਾਵਾਂ। ਮੇਰੇ ਨਾਲ ਤਾਂ ਉਹੀ ਮੂਸਾ ਮੌਤੋਂ ਭੱਜਿਆ ਅੱਗੇ ਮੌਤ ਖੜੀ ਵਾਲੀ ਗੱਲ ਹੋਈ। ਮੈਨੂੰ ਧਰਮਸ਼ਾਲਾ ਆਇਆਂ 5-6 ਦਿਨ ਹੋ ਗਏ ਸਨ ਤੇ ਇੰਨੇ ਕੁ ਦਿਨ ਮੈਂ ਇੱਥੇ ਹੋਰ ਠਹਿਰਨਾ ਸੀ, ਪਰ ਇਸ ਹਾਲਤ ਵਿੱਚ ਮੈਨੂੰ ਕੰਮ ਮੁੱਕਣ ਦੀ ਆਸ ਘੱਟ ਸੀ। 6ਵੇਂ ਦਿਨ ਦਾ ਜ਼ਿਕਰ ਏ। ਝੜੀ ਸਵੇਰ ਤੋਂ ਜੰਮ ਕੇ ਲੱਗੀ ਹੋਈ ਸੀ। ਇੱਕ ਪਲ ਮੀਂਹ ਨਹੀਂ ਸੀ ਖਲੋਤਾ। ਮੇਰਾ ਮਿੱਤਰ ਕੰਮ ਤੇ ਜਾਣ ਲੱਗਾ। ਮੇਰੇ ਲਈ ਕੁਝ ਅੰਬ ਲੈ ਕੇ ਛੱਡ ਗਿਆ ਸੀ। ਦੁਪਹਿਰੇ ਬੂਹੇ ਵਿੱਚ ਕੁਰਸੀ ਢਾ ਕੇ ਮੈਂ ਅੰਬ ਚੂਪ ਰਿਹਾ ਸਾਂ ਤੇ ਨਾਲੇ ਮੀਂਹ ਦਾ ਨਜ਼ਾਰਾ ਵੇਖ ਰਿਹਾ ਸਾਂ ਕਿ ਅਚਾਨਕ ਮੇਰੇ ਸਿਰ ਬਿਜਲੀ ਜਿਹੀ ਆ ਕੜਕੀ। ਆਕਾਸ਼ ਵਿੱਚੋਂ ਨਹੀਂ, ਧਰਤੀ ਤੋਂ ਹੀ। ਮੇਰੇ ਕੰਨਾਂ ਦੇ ਪਰਦੇ ਪਾੜਨ ਵਾਲੀ ਆਵਾਜ਼ ਆਈ, सरदार तुम्हें दिखाई नहीं देता? मैं अभी झाड़ू दे के गई हूँ और तुम फिर तमाम जगह गंदी कर दी। जमादार देखेगा तो जान हमारी लेगा। मैनू अपनी मूर्खता का ख्याल आया। सचमुच मैं अंब चूप चूप के बड़ी बेपरवाही नाल, जिवें घर दा ही राज हुंदा ए, छिल्लां ते गिटकां सुट्टी गया सां। मैं अगे ही उस पासों बड़ा डरदा सां। उठ के बूहे अगों छिलकां गिटकां इकट्ठियां करदा होया मैं उसनूं कहण लगा, बहन मुआफ़ करना, मुझे पता नहीं था। हम परदेसी आदमी हैं, तुमने अच्छा किया समझा दिया, फिर ऐसी गलती कभी नहीं होगी।
ਮੇਰਾ ਖਿਆਲ ਸੀ ਕਿ ਆਪਣੀ ਸੁਭਾਅ ਅਨੁਸਾਰ ਅਜੇ ਮੇਰੀ ਚੰਗੀ ਤਰ੍ਹਾਂ ਖਬਰ ਲਵੇਗੀ, ਪਰ ਪਤਾ ਨਹੀਂ ਮੇਰੇ ਥੋੜ੍ਹੇ ਜਿਹੇ ਸ਼ਬਦਾਂ ਦਾ ਉਸ ਦੇ ਮਨ 'ਤੇ ਇਹੋ ਜਿਹਾ ਅਸਰ ਹੋਇਆ, ਉਸ ਨੇ ਬੁੱਲ ਤੋਂ ਬੁੱਲ ਨਾ ਚੁੱਕਿਆ। ਝਟਕੂ ਪਿੱਛੋਂ ਬੋਲੀ, सरदार बाबू तुम छोड़ दो, हाथ मत खराब करो, मैं बटोर लेती हूँ। मैं हट गया ते ਉਹ ਹੱਥ ਵਾਲੀ ਝਾੜੂ ਨਾਲ ਥਾਂ ਸਾਫ਼ ਕਰਨ ਲੱਗੀ। ਉਸ ਦੀਆਂ ਅੱਖਾਂ ਨੀਵੀਆਂ ਸਨ ਤੇ ਚਿਹਰੇ ਉੱਤੇ ਸ਼ਰਮਿੰਦਗੀ ਦੇ ਚਿੰਨ੍ਹ ਸਨ। ਦੂਸਰੇ ਦਿਨ ਜਦੋਂ ਉਹ ਆਈ ਤਾਂ ਸਭ ਤੋਂ ਪਹਿਲਾਂ ਮੇਰਾ ਵਿਹੜਾ ਝਾੜਨ ਲੱਗੀ, ਜਿਹੜਾ ਉਸਨੇ ਪਹਿਲੀ ਵਾਰ ਝਾੜਿਆ ਸੀ। ਅੱਗੇ ਰੋਜ਼ ਮੇਰਾ ਮਿੱਤਰ ਹੀ ਕੂੜਾ ਹੂੰਝ ਕੇ ਲਾਗੇ ਦੇ ਢੇਰ 'ਤੇ ਸੁੱਟ ਆਉਂਦਾ ਹੁੰਦਾ ਸੀ। ਜਿਹੜੀਆਂ ਅੱਠੇ ਪਹਿਰ ਉਸ ਦੇ ਸਿਰ ਸਵਾਰ ਰਹਿੰਦੀਆਂ, ਉਹਨਾਂ ਦੇ ਵਿਹੜੇ ਗੰਦੇ ਰਹਿੰਦੇ ਸਨ ਤੇ ਵਿਚਾਰੇ ਚੁੱਪ ਚਪਾਤਿਆਂ ਦੇ ਵਿਹੜੇ ਨੂੰ ਕਿੰਨੇ ਝਾੜਨਾ ਸੀ। ਮੈਂ ਉਸ ਦੀ ਉਚੇਚੀ ਮਿਹਰਬਾਨੀ ਬਾਰੇ ਹੀ ਸੋਚ ਰਿਹਾ ਸਾਂ ਕਿ ਉਹ ਬੂਹੇ ਕੋਲ ਆ ਕੇ ਕਹਿਣ ਲੱਗੀ, सरदार बाबू और कूड़ा हो तो बाहर फेंक दो, मैं डाल लूँ। नहीं और तो नहीं है, कह के मैं अपना ध्यान लिखण विच लगा रहा। पैड दा वर्का पाड़ के जद मैं रखण लगा तो एवें मेरा ध्यान बूहे वल गया। मेरा ख्याल सी वो चली गई होवेगी, पर वो बूहे दी कंध ओले खड़ी सी ते विच विच सिर अगांह करके मेरी कापी उतले विंगे टेढ़े अखरां वल वेख लैंदी सी। वेड़ा संभरन तो मगरों शायद मजूरी मंगण लई खलोती है। मैनूं अपनी कठोरता ते गुस्सा आया। विचारी मींह विच गुतावा हो रही है ते तैनूं पता नहीं लगा। ਇਹ ਖਿਆਲ ਕਰਕੇ ਮੈਂ ਜੇਬ ਵਿੱਚ ਹੱਥ ਪਾ ਕੇ ਕੋਈ ਕਿੰਗਰਿਆਂ ਵਾਲਾ ਸਭ ਤੋਂ ਛੋਟਾ ਸਿੱਕਾ ਉਂਗਲ ਨਾਲ ਟਟੋਲਣ ਲੱਗਾ। ਮੇਰਾ ਹੱਥ ਬਾਹਰ ਕੱਢਣ ਤੋਂ ਪਹਿਲਾਂ ਹੀ ਉਸੇ ਤਰ੍ਹਾਂ ਮੇਰੀ ਕਾਪੀ ਉੱਤੇ ਨਜ਼ਰ ਜਮਾਈ। ਉਹ ਬੋਲੀ, सरदार बाबू ये क्या लिखते हो? ऐसे कुछ लिखता हूँ। आखदियां होयां मैं एक आना कढ़ के उस वल वधाया ते कहा, लै। ਉਹ बोली, रहने दो बाबू, मैं नहीं लूँगी। मैं पुछया, क्यों? ते नाल ही उस दी लालची तबीयत उत्ते क्रोध आउण लगा। सोचा शायद एक आना इस दे भाणे इस दी मजदूरी नालों बहुत घट है। वो थोड़ी जही बुल्लां विच मुस्कुरा के बोली, कल तुमने मुझे बहन कहा था ना, इसलिए। उस दे चेहरे तो इउं जापदा सी जिवें मैं उहनूं कोई बड़ी भारी दौलत सौंप दित्ती है ते ओह मेरे एहसान थल्ले दबदी जांदी है। मैं सुन के हक्का बक्का रह गया। मींह होर तेज हो गया। सख्त वाछड़ पै रही सी ते वाछड़ दा रुख इसे पासे दा सी। महल्ले दे सब लोकां ने बूहे बंद कर लए सन। ਉਹ ਅਜੇ ਤੀਕ ਮੀਂਹ ਵਿੱਚ ਖੜੀ ਸੀ। ਮੈਂ ਖਿਆਲ ਕੀਤਾ ਕਿ ਮੇਰਾ ਇੱਕ ਸਧਾਰਨ ਭੈਣ ਸ਼ਬਦ ਇਸ ਨੂੰ ਇੰਨਾ ਪਿਆਰਾ ਲੱਗਾ। ਮੈਂ ਵੀ ਤਾਂ ਆਖਰ ਮਾੜਾ ਮੋਟਾ ਸ਼ਾਇਰਾਨਾ ਦਿਲ ਰੱਖਦਾ ਸਾਂ, ਪਰ ਮੇਰੀ ਥਾਂ ਜੇ ਕੋਈ ਕਠੋਰ ਦਿਲ ਵਾਲਾ ਹੁੰਦਾ ਤਾਂ ਵੀ ਜਿਸ ਢੰਗ ਨਾਲ ਉਸਨੇ ਉਪਰੋਕਤ ਵਾਕ ਕਿਹਾ ਸੀ ਸੁਣ ਕੇ ਮੋਮ ਹੋ ਜਾਂਦਾ। ਮੈਂ ਸੋਚਿਆ, ਇਹ ਪਿਆਰ ਦੀ ਕਿੰਨੀ ਭੁੱਖੀ ਏ। ਇੱਕ ਨਿੱਕੇ ਜਿਹੇ ਸ਼ਬਦ ਨੂੰ ਇਸ ਨੇ ਇੰਨਾ ਸੰਭਾਲ ਕੇ ਰੱਖ ਲਿਆ। ਸੱਚਮੁੱਚ ਇਹ ਘਿਰਣਾ ਦੀ ਦੁਨੀਆ ਵਿੱਚ ਜੰਮੀ ਤੇ ਘਿਰਣਾ ਦੀ ਹਵਾ ਵਿੱਚ ਪਲੀ ਹੋਵੇਗੀ। ਇਹ ਵਿਚਾਰੀ ਸਾਰਾ ਦਿਨ ਲੋਕਾਂ ਦੇ ਘਰ ਸੰਭਰਦੀ ਤੇ ਗੰਦ ਕੂੜੇ ਨਾਲ ਲੱਦੀ ਰਹਿੰਦੀ ਏ, ਪਰ ਇਸ ਦੇ ਬਦਲੇ ਇਸ ਨੂੰ ਮਿਲਦੀ ਏ ਘਿਰਣਾ, ਤਿਰਸਕਾਰ, ਝਿੜਕਾਂ, ਗਾਲਾਂ ਤੇ ਕਦੇ-ਕਦੇ ਛਿੱਤਰ ਪੌਲਾ ਵੀ। ਸ਼ਾਇਦ ਇਸ ਕਰਕੇ ਇਹ ਘਿਰਣਾ ਕਰਦੀ ਏ, ਪਰ ਇਤਨਾ ਹੋਣ ਤੇ ਵੀ ਇਸ ਦਾ ਦਿਲ ਕਿਤਨਾ ਸੋਹਣਾ, ਕਿਤਨਾ ਕੋਮਲ ਏ। ਉਹ ਬਦਨਸੀਬ ਕੁੜੀਏ, ਕਾਸ਼ ਤੂੰ ਸੱਚਮੁੱਚ ਮੇਰੀ ਭੈਣ ਹੁੰਦੀ। ਉਸ ਦੇ ਕੱਪੜਿਆਂ ਵਿੱਚੋਂ ਪਾਣੀ ਦੇ ਪਰਨਾਲੇ ਵਗ ਰਹੇ ਸਨ। ਇੱਧਰ ਮੇਰਾ ਦਿਲ ਅੱਖਾਂ ਥਾਣੀ ਵਹਿ ਰਿਹਾ ਸੀ। ਭਿੱਜ ਗਈ ਹੈ, ਬਿਲਕੁਲ ਨੁੱਚੜ ਰਹੀ ਹੈ। ਇਹ ਖਿਆਲ ਕਰਕੇ ਮੈਂ ਕਲਮ ਤੇ ਕਾਪੀ ਹੱਥੋਂ ਰੱਖ ਦਿੱਤੀ ਤੇ ਕਿਸੇ ਪਿਆਰ ਭਰੀ ਆਵਾਜ਼ ਵਿੱਚ ਉਸ ਨੂੰ ਕਿਹਾ, ਤੁਮ ਭੀਗ ਰਹੀ ਹੋ, ਅੰਦਰ ਆ ਜਾਓ। ਉਸ ਨੇ ਨਜ਼ਰ ਭਰ ਕੇ ਇੱਕ ਵਾਰੀ ਮੇਰੇ ਵੱਲ ਤੱਕਿਆ ਤੇ ਫਿਰ ਆਪਣੇ ਸਰੀਰ ਵੱਲ। ਉਹ ਅੰਦਰ ਨਾ ਆਈ ਤੇ ਨਾ ਹੀ ਮੂੰਹੋਂ ਕੁਝ ਬੋਲੀ। ਮੈਂ ਚਾਹੁੰਦਾ ਸਾਂ ਕਿ ਮੀਂਹ ਹੌਲਾ ਹੋਵੇ ਤੇ ਵਿਚਾਰੀ ਚਲੀ ਜਾਵੇ, ਪਰ ਇਹ ਕੰਮ ਮੇਰੇ ਵੱਸ ਦਾ ਨਹੀਂ ਸੀ। ਮੈਂ ਫਿਰ ਉਸ ਨੂੰ ਕਿਹਾ, ਅੱਛਾ ਤੋ ਮੇਰਾ ਛਾਤਾ ਲੈ ਜਾਓ। ਐਤਕੀ ਉਸ ਦੀ ਜ਼ਬਾਨ ਖੁੱਲੀ, ਕਹਿਣ ਲੱਗੀ, सरदार बाबू हम लोग तो इसी तरह पानी में भीगा करते हैं, मैं चली जाऊंगी। मैं जिद दे लहजे विच कहा,
थोड़ी देर के लिए अंदर आकर बैठ जाओ, जब बारिश ठहर जाएगी तो चली जाना। शायद उस दी अंदर आउण दी सलाह हुई, पर अंदर स्टोव, पिरचां, प्यालियां ते 2-4 भांडे खिलरे वेख के बोली, यहाँ तो सरदार तुम रोटी बनाते हो। मैं उत्तर दिता, तो क्या हर्ज है, यह बर्तन किसी और के तो नहीं, तुम्हारे भाई के हैं। ਐਉਂ ਜਾਪਦਾ ਸੀ ਕਿ ਮੇਰਾ ਇਹ ਵਾਕ ਸੁਣ ਕੇ ਉਸ ਦੀ ਨਾੜ ਵਿੱਚ ਖੁਸ਼ੀ ਦੇ ਸੋਮੇ ਵਹਿ ਤੁਰੇ। ਇੱਕ ਵਾਰੀ ਇੱਧਰੋਂ ਉੱਧਰੋਂ ਤੱਕ ਕੇ ਕਿ ਕੋਈ ਵੇਖਦਾ ਤਾਂ ਨਹੀਂ, ਉਹ ਝਾੜੂ ਨੂੰ ਬਾਹਰ ਕੰਧ ਨਾਲ ਖੜਾ ਕਰਕੇ ਅੰਦਰ ਲੰਘੀ, ਪਰ ਦਹਲੀਜ਼ ਦੇ ਕੋਲ ਹੀ ਸਾਹਮਣੇ ਤਾਕ ਨਾਲ ਲੱਗ ਕੇ ਖਲੋ ਗਈ, ਕੇਵਲ ਮੀਂਹ ਦੇ ਬਚਾਓ ਲਈ। ਇਸ ਵੇਲੇ ਉਹ ਕੰਬ ਰਹੀ ਸੀ। ਮੈਂ ਚਾਹੁੰਦਾ ਸਾਂ ਕਿ ਉਹ ਹੋਰ ਅਗਾਂਹ ਆ ਜਾਵੇ, ਮੰਜੇ ਤੇ ਨਹੀਂ ਤਾਂ ਘੱਟੋ ਘੱਟ ਭੁੰਜੇ ਵਿੱਚ ਹੀ ਦਰੀ ਤੇ ਤਾਂ ਬੈਠ ਜਾਵੇ, ਪਰ ਮੈਂ ਉਸ ਨੂੰ ਮਜਬੂਰ ਨਾ ਕਰ ਸਕਿਆ। ਉਹ ਉਸੇ ਤਰ੍ਹਾਂ ਬਾਹਾਂ ਹਿੱਕ ਨਾਲ ਲਾਈ ਕੰਬਦੀ ਹੋਈ ਬੋਲੀ, ਸਰਦਾਰ ਬਾਬੂ। ਮੈਂ ਉਸ ਦੀ ਗੱਲ ਨੂੰ ਵਿੱਚੋਂ ਟੋਕ ਕੇ ਕਿਹਾ, ਭਾਈ ਨੂੰ ਸਰਦਾਰ ਨਹੀਂ ਕਹਿਣਾ ਚਾਹੀਏ ਪਗਲੀ। ਉਹ ਪਹਿਲਾਂ ਤਾਂ ਸੰਗੀ, ਫਿਰ ਬੋਲੀ, ਭਾਈ ਤੁਮ ਕਹਾਂ ਰਹਤੇ ਹੋ। ਮੈਂ ਉੱਤਰ ਦਿੱਤਾ, ਅੰਮ੍ਰਿਤਸਰ ਮੇਂ। ਤੇ ਫਿਰ ਮੈਂ ਉਸ ਤੋਂ ਪੁੱਛਿਆ, तुम्हारा नाम क्या है? ਉਹ ਬੋਲੀ, कल्लो। फिर कहन लगी, यहाँ कितने दिन और रहोगे? मैं कहा, 5-6 दिन और रहूँगा, पर इस मकान से कल ही चला जाऊँगा, इस जगह बहुत शोर रहता है। वो कुछ चिर चुप कर रही, पता नहीं की सोचती रही। फिर कहन लगी, ये क्या लिखा करते हो? किताबें लिखता हूँ कल्लो। किताबों के हर्फ तो दूसरी तरह के होते हैं, यह भी उसी तरह के हो जाएंगे, मशीन में डालने से। हाँ। अम्बरसर में पानी पड़ता है? बहुत कम पड़ता है। वहाँ तुम्हारा कौन कौन है? घर वाली हैं, बच्चे भी हैं। मैं कुछ मट्ठा हो गया वेख के वो बोली, अच्छा भाई अब जाऊंगी, अभी बहुत काम करना है, ते वो चली गई। इस तो बाद मैं जिन्ने दिन उत्थे रहा बड़े आराम नाल रहा। ओह कल्लो जिहड़ी अगे तूफान मेल बनी रहिंदी सी, ਹੁਣ ਚੁੱਪ ਚੁਪਾਤੀ ਆਉਂਦੀ, ਸਾਰਿਆਂ ਦੇ ਵਿਹੜੇ ਚੰਗੀ ਤਰ੍ਹਾਂ ਬੁਹਾਰਦੀ, ਤੇ ਜੇ ਕਿਸੇ ਦਾ ਥਾਂ ਕੁਝ ਕੂੜਾ ਖਿਲਰਦਾ ਤਾਂ ਵੀ ਅਲਫੋਂ ਬੇ ਤੱਕ ਨਾ ਕਹਿੰਦੀ। ਜੇ ਕਿਸੇ ਮੁੰਡੇ ਨੂੰ ਉੱਚਾ ਬੋਲਦਾ ਵੇਖਦੀ ਤਾਂ ਕਹਿੰਦੀ, ਸ਼ੋਰ ਮਤ ਕਰੋ, ਉਧਰ ਸਰਦਾਰ ਬਾਬੂ ਲਿਖ ਰਹੇ हैं। ਸਭ ਤੋਂ ਪਹਿਲਾਂ ਉਹ ਮੇਰੇ ਵਿਹੜੇ ਦੀ ਸਫਾਈ ਕਰਦੀ ਤੇ ਜਾਣ ਲੱਗੀ 2 ਘੜੀਆਂ ਮੇਰੇ ਬੂਹੇ ਅੱਗੇ ਖਲੋ ਕੇ ਚਲੀ ਜਾਂਦੀ। ਜਿੰਨੇ ਦਿਨ ਮੈਂ ਰਹਿਣਾ ਸੀ ਬੀਤ ਗਏ ਤੇ ਮੇਰੇ ਨਾਵਲ ਦਾ ਕੰਮ ਵੀ ਮੇਰੇ ਖਿਆਲ ਅਨੁਸਾਰ ਸਫਲਤਾ ਨਾਲ ਸਮਾਪਤ ਹੋਇਆ। ਜਿਸ ਦਿਨ ਮੈਂ ਜਾਣਾ ਸੀ ਉਸ ਤੋਂ ਪਹਿਲੇ ਦਿਨ ਉਹ ਅੱਗੇ ਵਾਂਗ ਹੀ ਮੇਰੇ ਪਾਸ ਆਈ ਤੇ ਆਉਂਦੀ ਹੀ ਬੋਲੀ, ਕੱਲ ਚਲੇ ਜਾਓਗੇ ਭਾਈ? ਹਾਂ ਕੱਲੋ, ਕੱਲ ਚਲਾ ਜਾਊਂਗਾ। ਕਹਿਣ ਤੋਂ ਬਾਅਦ ਮੈਂ ਉਸ ਨੂੰ ਕਿਹਾ, ਕੱਲੋ ਜ਼ਰਾ ਇੱਧਰ ਆ। ਉਹ ਬਿਨਾਂ ਹਿਚਕਿਚਾਹਟ ਮੇਰੇ ਪਾਸ ਆ ਗਈ। ਮੈਂ ਪਿਆਰ ਭਰਿਆ ਹੱਥ ਉਸ ਦੇ ਸਿਰ ਤੇ ਫੇਰਦਿਆਂ ਹੋਇਆਂ ਉਸ ਦੀ ਤਲੀ ਤੇ 1 ਰੁਪਇਆ ਰੱਖ ਦਿੱਤਾ। ਉਸ ਨੇ ਮੋੜਨਾ ਚਾਹਿਆ, ਪਰ ਮੇਰੇ ਮੂੰਹੋਂ ਇਹ ਸੁਣ ਕੇ, तुम्हें नहीं, मैं अपनी बहन को देता हूँ, उसने प्रसन्नता नाल ले लिया। दूजे दिन सवेरे 8:30 वजे मैं समान बन के मोटर की छत ते रखवा दिता ते आप अपनी सीट ते बैठ गया। अपने मेज़बान मित्र तो विदा लैके मैं उसनूं टोर दिता सी, क्योंकि उसने 9 वजे काम ते पुजना सी। ड्राइवर ने इंजन चालू कर दिता। अचानक मेरी नज़र दूरों भज्जी आउंदी कल्लो ते पई। ਉਸ ਦੇ ਸਿਰ ਤੇ ਕੁਝ ਚੁੱਕਿਆ ਹੋਇਆ ਸੀ ਤੇ ਸਾਹੋ ਸਾਹ ਹੋਈ ਉਹ ਆ ਰਹੀ ਸੀ। ਡਰਾਈਵਰ ਦੀ ਬਾਂਹ ਟੁੰਬ ਕੇ ਮੈਂ ਮਿੰਨਤ ਨਾਲ ਕਿਹਾ, ਬੜੀ ਮਿਹਰਬਾਨੀ ਹੋਵੇਗੀ, ਸਿਰਫ 1 ਮਿੰਟ। ਨੇਕ ਦਿਲ ਡਰਾਈਵਰ ਮੰਨ ਗਿਆ ਤੇ ਮੈਂ ਝਟਪਟ ਹੇਠਾਂ ਉਤਰ ਕੇ ਕੱਲੋ ਵੱਲ ਦੌੜਿਆ। ਮੈਨੂੰ ਵੇਖਦਿਆਂ ਹੀ ਉਸ ਦੀ ਜਾਨ ਵਿੱਚ ਜਾਨ ਆਈ। ਇੰਜਣ ਦੀ ਆਵਾਜ਼ ਸ਼ਾਇਦ ਉਸਨੇ ਦੂਰੋਂ ਸੁਣ ਲਈ ਸੀ। ਮੈਂ ਉਸ ਨੂੰ ਅਗਲ ਵਾਂਡੇ ਹੀ ਜਾ ਮਿਲਿਆ। सिर वाला छिक्कू भुंजे रख के वो संगदी मानो मैथों जी दान मंगना चाहती है, बोली, इसे ले लोगे? मैं पूछा, क्या है कल्लो? वो शर्मांदी हुई बोली, भावज के लिए थोड़े आम लाई हूँ। ते फिर रता ठहर के बोली, अपनी कसम भाई, मैंने इनको छुआ नहीं है। मजदूर को उठाने को कहा था, वो नहीं उठाता था। बोला, मेहनत की चीज़ हम कैसे छुएंगे? इसे 100 में उठा लाई, पर आम मैंने नहीं छुए, कसम खाती हूँ।
ਤੇ ਫਿਰ ਮੇਰੇ ਚਿਹਰੇ ਵੱਲ ਇਸ ਭਾਵ ਨਾਲ ਤੱਕਣ ਲੱਗੀ ਕਿ ਮੈਂ ਖਬਰੇ ਉਸ ਦੀ ਬੇਨਤੀ ਪ੍ਰਵਾਨ ਕਰਦਾ ਹਾਂ ਕਿ ਨਹੀਂ। ਮੈਂ ਬੜੇ ਉਮਾਦ ਨਾਲ ਆਪਣੇ ਦਿਲ ਦਾ ਪਿਆਰ ਉਸ ਉੱਤੇ ਡੋਲਦਿਆਂ ਹੋਇਆਂ ਕਿਹਾ, कल्लो क्यों नहीं लूँगा? अगर तुम अपनी भावज के लिए यह ना लाती तो मैं तुम पर बहुत नाराज होता। वो सिर तो पैरों तक प्यार नाल डुब गई। खुशी दे मारे ਉਹਦੇ ਮੂੰਹੋਂ जो कुछ बोलना चाहती सी ना निकलिया। टोकरी मुड़ सिर ते धर के वो मेरे नाल मोटर वाल तुरन लगी, पर मैं उसनूं चुक्कण ना दिता, आप चुक लई। उसनूं दूरा प्यार दे के ते ये कह के, मेरी अच्छी बहन हम फिर मिलेंगे, मैं अपनी सीट ते जा बैठा। मोटर तुर पई। जिन्ना चिर वो मैनू दिसदी रही मैं उस वाल तकदा रहा। कल्लो नहीं, उसदा पुत मैनू सड़क दे कंढे खड़ा दिसदा रहा ते अंत ये बदलां दी धुंध विच अलोप हो गया। सो दर्शकों, ये कहानी तुहानू किस तरह दी लगी, इस बारे अपने सुझाव कमेंट बॉक्स ਦੇ ਵਿੱਚ ਜ਼ਰੂਰ ਦੇਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਅਤੇ ਵੇਖਣ ਲਈ ਹਰਜਸ ਟੀਵੀ ਨੂੰ ਸਬਸਕ੍ਰਾਈਬ ਕਰੋ ਅਤੇ ਸਾਂਝਾ ਕਰੋ।